आओ पंजाबी पढ़िए जी, बिच दिलां दे जड़िए जी। आओ पंजाबी पढ़िए जी, बिच दिलां दे जड़िए जी। माँ बोली पंजाबी बई, सोहनी बोली साडी बई। सोहनी सोहनी लिखिए बई, लिखदे लिखदे सिखिए बई। आओ पंजाबी आओ पंजाबी पढ़िए जी, बिच दिलां दे जड़िए जी। आओ पंजाबी पढ़िए जी, आओ पंजाबी पढ़िए जी, आओ पंजाबी पढ़िए जी। ਮਾਪਿਆਂ ਦੀਆਂ ਅੱਖੀਆਂ ਦੇ ਤਾਰਿਆਂ ਨੂੰ, ਦੁਨੀਆ 'ਚ ਵਸਦੇ ਸਾਰਿਆਂ ਨੂੰ, ਉਹਨਾਂ ਸਾਰੇ ਬੱਚਿਆਂ ਨੂੰ ਜਿਹੜੇ ਪਿਆਰੇ ਪਿਆਰੇ ਬੱਚੇ ਜਿਨ੍ਹਾਂ ਕਰਕੇ ਧਰਤੀ ਬਹੁਤ ਹੀ ਖੂਬਸੂਰਤ ਲੱਗਦੀ ਆ। ਇਹ ਧਰਤੀ ਦੇ ਵਿਹੜਿਆਂ ਵਿੱਚ ਰੌਣਕਾਂ ਨੇ। ਉਹਨਾਂ ਸਾਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੀ ਪੰਜਾਬੀ ਦੀ ਇਸ ਜਮਾਤ ਦੇ ਵਿੱਚ ਅਸੀਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜੋ ਪਾਠ ਪੁਸਤਕ ਦੇ ਵਿੱਚ ਕਵਿਤਾਵਾਂ ਨੇ, ਗੀਤ ਨੇ, ਪਾਠ ਨੇ, ਜਾਂ ਸਾਡੀ ਵਿਆਕਰਨ ਨਾਲ ਸੰਬੰਧਿਤ ਕਹਾਣੀਆਂ ਨੇ, ਜਾਂ ਉਸ ਦੇ ਵਿੱਚ ਸ਼ਾਮਲ ਨਾਮ ਪੜਨਾਮ ਜਾਂ ਕੋਈ ਵੀ ਵਿਧਾ ਨਾਲ ਸੰਬੰਧਿਤ ਪੰਜਾਬੀ ਵਿਸ਼ੇ ਦਾ ਜੋ ਕੰਮ ਹੈ ਅਸੀਂ ਆਪਣੀ ਪੰਜਾਬੀ ਦੀ ਇਸ ਜਮਾਤ ਦੇ ਵਿੱਚ ਆਪਣੇ ਪਿਆਰੇ ਪਿਆਰੇ ਬੱਚਿਆਂ ਨਾਲ ਸਾਂਝਾ ਕਰਦੇ ਹਾਂ। ਅੱਜ ਜੋ ਬੱਚਿਆਂ ਦੇ ਨਾਲ ਅਸੀਂ ਵਿਸ਼ਾ ਸਾਂਝਾ ਕਰਨਾ ਹੈ ਪੰਜਾਬੀ ਦਾ, ਜੋ ਕਿ 8ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਸੰਬੰਧਿਤ ਹੈ। 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਪਾਠ ਪੁਸਤਕ ਹੈ ਉਸ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਰਚਨਾ ਸ਼ਾਮਲ ਹੈ, ਜਿਹੜੀ ਕਿ ਸਾਡੇ ਬਹੁਤ ਹੀ ਪਿਆਰੇ ਕਵੀ ਡਾਕਟਰ ਸਰਬਜੀਤ ਸਿੰਘ ਵੇਦੀ ਜੀ ਹੋਣਾ ਨੇ ਲਿਖੀ ਹੈ, ਜਿਸ ਦਾ ਨਾਮ ਹੈ ਅਦਭੁਤ ਸੰਸਾਰ। ਪਾਠ 19 ਅਦਭੁਤ ਸੰਸਾਰ। ਜਿਵੇਂ ਕਿ ਆਪਾਂ ਨਾਮ ਤੋਂ ਹੀ ਜਾਣਦੇ ਹਾਂ ਕਿ ਇਹ ਸੰਸਾਰ, ਇਹ ਬ੍ਰਹਿਮੰਡ, ਇਹ ਦੁਨੀਆ ਜਿੱਥੇ ਅਸੀਂ ਰਹਿੰਦੇ ਹਾਂ, ਇਹ ਬੜਾ ਅਦਭੁਤ ਹੈ, ਅਜੀਬ ਹੈ, ਵੱਖਰਾ ਹੈ। ਇਸ ਦੇ ਬਹੁਤ ਸਾਰੇ ਰੰਗ ਨੇ। ਜਿੱਥੇ ਇੱਕ ਪਾਸੇ ਬਹੁਤ ਸਾਰਾ ਪਾਣੀ ਹੈ, ਉੱਥੇ ਥਲ ਹੈ, ਜਲ ਹੈ ਅਤੇ ਥਲ ਹੈ। ਜਿਵੇਂ ਅਸੀਂ ਇਹ ਵੀ ਜਾਣਦੇ ਹਾਂ ਕਿ ਕਿੰਨੇ ਹਿੱਸੇ ਧਰਤੀ ਦੇ ਪਾਣੀ ਹੈ ਅਤੇ ਕਿੰਨਾ ਹਿੱਸਾ ਧਰਤੀ ਦਾ ਠੋਸ ਹੈ। ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇ ਸੰਸਾਰ ਨੂੰ ਵੇਖਦੇ ਹਾਂ, ਬੇਸ਼ੱਕ ਅਸੀਂ ਇੱਕ ਪਿੰਡ ਦੇ ਵਿੱਚ ਰਹਿੰਦੇ ਹੋਈਏ, ਭਾਵੇਂ ਅਸੀਂ ਇੱਕ ਸ਼ਹਿਰ ਦੇ ਵਿੱਚ ਰਹਿੰਦੇ ਹੋਈਏ, ਭਾਵੇਂ ਅਸੀਂ ਮੈਦਾਨ ਵਿੱਚ ਰਹਿੰਦੇ ਹੋਈਏ, ਭਾਵੇਂ ਅਸੀਂ ਕਿਸੇ ਪਹਾੜ 'ਤੇ ਵੱਸਦੇ ਹੋਈਏ, ਭਾਵੇਂ ਅਸੀਂ ਕਿਸੇ ਜੰਗਲ ਵਿੱਚ ਰਹਿੰਦੇ ਹੋਈਏ, ਤਾਂ ਸਾਨੂੰ ਕੁਦਰਤ ਨੇ ਅਨੇਕਾਂ ਹੀ ਰੰਗ ਦਿੱਤੇ ਨੇ। ਕੁਦਰਤ ਨੇ ਅਨੇਕਾਂ ਹੀ ਅਜਿਹੇ ਜੀਵ ਜੰਤੂ ਦਿੱਤੇ ਨੇ। ਕੁਦਰਤ ਨੇ ਅਨੇਕਾਂ ਹੀ ਅਜਿਹੇ ਜੀਵ ਜੰਤੂਆਂ ਦੇ ਨਾਲ ਨਾਲ ਰੁੱਖ, ਫੁੱਲ, ਬੂਟੇ, ਫਸਲਾਂ, ਨਸਲਾਂ, ਬਹੁਤ ਕੁਝ ਦਿੱਤਾ ਹੈ। ਸੋ ਆਪਾਂ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਵੀ ਸਾਂਝੀਆਂ ਕਰਾਂਗੇ ਤੁਹਾਡੇ ਨਾਲ। ਪਹਿਲਾਂ ਆਪਾਂ ਸਾਡੇ ਡਾਕਟਰ ਸਰਬਜੀਤ ਸਿੰਘ ਵੇਦੀ ਜੀ ਹੋਰਾਂ ਦੀ ਲਿਖੀ ਹੋਈ ਇਹ ਖੂਬਸੂਰਤ ਕਵਿਤਾ ਤੁਹਾਡੇ ਨਾਲ ਗਾ ਕੇ ਸਾਂਝੀ ਕਰਦੇ ਹਾਂ। ਜਿਹੜੇ ਬੱਚੇ ਗਾ ਲੈਂਦੇ ਨੇ ਉਹ ਨਾਲ ਨਾਲ ਇਸ ਨੂੰ ਗਾਉਣ ਦੀ ਕੋਸ਼ਿਸ਼ ਕਰਨ ਤਾਂ ਬਹੁਤ ਵਧੀਆ ਲੱਗੇਗਾ। ਤੁਹਾਡੀ ਪਾਠ ਪੁਸਤਕ ਦੇ ਵਿੱਚ ਪਾਠ 19 ਅਦਭੁਤ ਸੰਸਾਰ, ਪਹਿਲਾਂ ਆਪਾਂ ਇਸ ਕਵਿਤਾ ਨੂੰ ਗਾਉਂਦੇ ਹਾਂ, ਉਸ ਤੋਂ ਬਾਅਦ ਆਪਾਂ ਬਾਕੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਦੁਨੀਆ ਦੇ ਵਿੱਚ ਜੀਵਾਂ ਦਾ ਏ ਅਜਬ ਪਸਾਰਾ, ਦੁਨੀਆ ਦੇ ਵਿੱਚ ਜੀਵਾਂ ਦਾ ਏ ਅਜਬ ਪਸਾਰਾ। ਰੁੱਖਾਂ ਬਿਰਖਾਂ ਤੇ ਜੰਗਲਾਂ ਦਾ ਅਜਬ ਨਜ਼ਾਰਾ, ਰੁੱਖਾਂ ਬਿਰਖਾਂ ਤੇ ਜੰਗਲਾਂ ਦਾ ਅਜਬ ਨਜ਼ਾਰਾ। ਸਾਗਰ ਹੇਠਾਂ ਵੀ ਨੇ ਜੰਗਲ, ਸਾਗਰ ਹੇਠਾਂ ਵੀ ਨੇ ਜੰਗਲ, ਫੁੱਲਾਂ ਪੱਤਿਆਂ ਜਿਹੇ ਅਜਬ ਪ੍ਰਾਣੀ। ਸਾਗਰ ਕੋੜੇ ਭੋਲੇ ਪਾਲੇ ਸੰਖ ਕੇਕੜੇ, ਅਜਬ ਪ੍ਰਾਣੀ। ਸਾਗਰ ਕੋੜੇ ਭੋਲੇ ਪਾਲੇ ਸੰਖ ਕੇਕੜੇ। ਤਾਰਾ ਮੱਛੀਆਂ ਗਹਿਰੇ ਨੇਰੇ, ਤਾਰਾ ਮੱਛੀਆਂ ਗਹਿਰੇ ਨੇਰੇ। ਸਾਗਰ ਅੰਦਰ ਆਪਣਾ ਆਪ ਜਗਾ ਕੇ, ਕਰਨ ਰੋਸ਼ਨੀ ਜਗਮਗ ਜਗਮਗ ਤੈਰਨ, ਕਰਨ ਰੋਸ਼ਨੀ ਜਗਮਗ ਜਗਮਗ ਤੈਰਨ।
ਵੇਖੋ ਮੱਛੀਆਂ ਵੇਖੋ ਮੱਛੀਆਂ ਵੇਖੋ ਮੱਛੀਆਂ ਵੇਖੋ ਮੱਛੀਆਂ ਟੋ ਸਿੰਘੀਆਂ ਦੇ ਲਾ ਐਂਟੀ ਨੇ ਗੰਧ ਸੁਗੰਧ ਤਰੰਗਾ ਟੋ ਸਿੰਘੀਆਂ ਦੇ ਲਾਹੰਟੀ ਨੇ ਗੰਧ ਸੁਗੰਧ ਤਰੰਗਾ ਤੇ ਹਰ ਆਹਟ ਫੜਦੇ ਐਨਾ ਜੀਵਾਂ ਦੀਆਂ ਇਹੋ ਅੱਖੀਆਂ ਐਨਾ ਜੀਵਾਂ ਦੀਆਂ ਇਹੋ ਅੱਖੀਆਂ ਤੁਰਦੇ ਫਿਰਦੇ ਜੰਗਲ ਬਾਗ ਬਗੀਚੇ ਤੁਰਦੇ ਫਿਰਦੇ ਜੰਗਲ ਬਾਗ ਬਗੀਚੇ ਰੰਗ ਰੰਗੀਲੇ ਪਰ ਜ਼ਹਿਰੀਲੇ ਰੰਗ ਰੰਗੀਲੇ ਪਰ ਜ਼ਹਿਰੀਲੇ ਵਿੱਚ ਵਿੱਚ ਰੰਗ ਬਰੰਗੀਆਂ ਖੇਡਣ ਮੱਛੀਆਂ ਵਿੱਚ ਵਿੱਚ ਰੰਗ ਬਰੰਗੀਆਂ ਖੇਡਣ ਮੱਛੀਆਂ ਰੰਗ ਬਦਲਦਾ ਵੇਖੋ ਰੰਗ ਬਦਲਦਾ ਵੇਖੋ ਅਕਟੂਪਸ ਕਿਵੇਂ ਆਪਣਾ ਪੱਥਰਾਂ ਵਿੱਚ ਪੱਥਰ ਹੋ ਜਾਵੇ ਪੱਥਰਾਂ ਵਿੱਚ ਪੱਥਰ ਹੋ ਜਾਵੇ ਰੂਪ ਵਟਾਵੇ ਬਾ ਅਕਟੂਪਸ ਤੇਰੀਆਂ ਇਹ ਜਾਦੂਗਰੀਆਂ ਅਕਟੂਪਸ ਤੇਰੀਆਂ ਇਹ ਜਾਦੂਗਰੀਆਂ ਅਕਟੂਪਸ ਤੇਰੀਆਂ ਇਹ ਜਾਦੂਗਰੀਆਂ ਪਰੀਦੇਸ਼ ਤੋਂ ਉਤਰੀ ਜੈਲੀ ਫਿਸ਼ ਕੋਈ ਤਰਦੀ ਪਰੀਦੇਸ਼ ਤੋਂ ਉਤਰੀ ਜੈਲੀ ਫਿਸ਼ ਕੋਈ ਤਰਦੀ ਪਾਰਦਰਸ਼ੀਅਤ ਸੋਹਣੀ ਤੇ ਬੇਹੱਦ ਬੇਸ਼ੈਲੀ ਉੱਡਣ ਤਸ਼ਤਰੀਆਂ ਸਾਗਰ ਵਿੱਚ ਜਿਉਂ ਉਤਰੀਆਂ ਉੱਡਣ ਤਸ਼ਤਰੀਆਂ ਸਾਗਰ ਵਿੱਚ ਜਿਉਂ ਉਤਰੀਆਂ ਸਾਗਰ ਅੰਦਰ ਵੇਖੋ ਫੈਸ਼ਨ ਸ਼ੋ ਜੀਵਾਂ ਦਾ ਸਾਗਰ ਅੰਦਰ ਵੇਖੋ ਫੈਸ਼ਨ ਸ਼ੋ ਜੀਵਾਂ ਦਾ ਹਰ ਕੋਈ ਸੋਹਣਾ ਦਿਸਣਾ ਚਾਵੇ ਹਰ ਕੋਈ ਸੋਹਣਾ ਦਿਸਣਾ ਚਾਵੇ ਡਾਲਫਿਨਾਂ ਜਦ ਲੰਘੀਆਂ ਲਹਿਰਾਂ ਉਛਲੀਆਂ ਡਾਲਫਿਨਾਂ ਜਦ ਲੰਘੀਆਂ ਲਹਿਰਾਂ ਉਛਲੀਆਂ ਸਾਗਰ ਹੇਠਾਂ ਅਜਬ ਨਜ਼ਾਰੇ ਸਾਗਰ ਹੇਠਾਂ ਅਜਬ ਨਜ਼ਾਰੇ ਕੋਈ ਜਿੱਤੇ ਕੋਈ ਹਾਰੇ ਕੋਈ ਜਿੱਤੇ ਕੋਈ ਹਾਰੇ ਸੁੱਚੇ ਮੋਚੀ ਰਚਦੀਆਂ ਸੋਹਣੀਆਂ ਸਿੱਪੀਆਂ ਸੁੱਚੇ ਮੋਤੀ ਰਚਦੀਆਂ ਸੋਹਣੀਆਂ ਸਿੱਪੀਆਂ ਸੁੱਚੇ ਮੋਤੀ ਰਚਦੀਆਂ ਸੋਹਣੀਆਂ ਸਿੱਪੀਆਂ ਇਹ ਸੀ ਖੂਬਸੂਰਤ ਕਵਿਤਾ ਜਿਸ ਦਾ ਨਾਂ ਹੈ ਅਦਭੁਤ ਸੰਸਾਰ। ਜਿਵੇਂ ਕਿ ਆਪਾਂ ਇਸ ਕਵਿਤਾ ਦੇ ਨਾਮ ਤੋਂ ਹੀ ਜਾਣਦੇ ਹਾਂ ਕਿ ਅਦਭੁਤ ਭਾਵ ਅਜੀਬ ਭਾਵ ਸਾਨੂੰ ਹੈਰਾਨ ਕਰਨ ਵਾਲਾ ਸੰਸਾਰ। ਬੇਸ਼ੱਕ ਕਵੀ ਨੇ ਸਮੁੰਦਰ ਦੀ, ਜੰਗਲ ਦੀ, ਰੁੱਖਾਂ ਦੀ ਗੱਲ ਕੀਤੀ ਹੈ, ਪਰ ਜੇਕਰ ਅਸੀਂ ਆਪਣੇ ਆਲੇ ਦੁਆਲੇ ਵੀ ਝਾਤ ਮਾਰੀਏ ਤਾਂ ਕੁਦਰਤ ਦੀਆਂ ਬਹੁਤ ਗੱਲਾਂ ਸਾਨੂੰ ਹਰ ਰੋਜ਼ ਹੈਰਾਨ ਕਰਦੀਆਂ ਨੇ। ਚਾਹੇ ਸਵੇਰੇ ਸੂਰਜ ਚੜ੍ਹਦਾ ਹੋਵੇ, ਚਾਹੇ ਰਾਤ ਨੂੰ ਚਾਨਣ ਦੀ ਚਾਨਣੀ ਹੋਵੇ, ਤੇ ਚਾਹੇ ਜਦੋਂ ਕੋਈ ਕਿਸਾਨ ਬੀਜ ਬੀਜਦਾ ਉਸ ਦੇ ਵਿੱਚੋਂ ਕਰੁੰਬਲਾਂ ਫੁੱਟਦੀਆਂ ਨੇ, ਉਸ ਦੇ ਵਿੱਚੋਂ ਜਦੋਂ ਬੀਜ ਦੇ ਵਿੱਚੋਂ ਪੌਦਾ ਨਿਕਲਦਾ, ਚਾਹੇ ਸਾਡੇ ਰੁੱਖਾਂ ਦੇ ਉੱਤੇ ਕਰੁੰਬਲਾਂ ਆਉਂਦੀਆਂ ਹੋਣ, ਚਾਹੇ ਸਾਡੇ ਪੰਛੀ ਉੱਡਦੇ ਹੋਣ,
ਕੁਦਰਤ ਦੀਆਂ ਬਹੁਤ ਵੰਨ ਸਵੰਨੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਅਸੀਂ ਆਪਣੇ ਆਲੇ ਦੁਆਲੇ ਦੇ ਜੀਵਨ ਦੇ ਵਿੱਚ, ਅਸੀਂ ਆਪਣੇ ਘਰਾਂ ਦੇ ਆਲੇ ਦੁਆਲੇ, ਅਸੀਂ ਆਪਣੇ ਸਕੂਲ ਦੇ ਆਲੇ ਦੁਆਲੇ, ਅਸੀਂ ਜਿੱਥੇ ਵੀ ਵਸਦੇ ਹਾਂ ਉੱਥੇ ਕੁਦਰਤ ਦੀਆਂ ਬਹੁਤ ਹੈਰਾਨ ਕਰਨ ਵਾਲੀਆਂ, ਵਿਸਮਾਦ ਕਰਨ ਵਾਲੀਆਂ ਗੱਲਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਕੁਦਰਤ ਬਾਰੇ, ਸਾਡੇ ਸੰਸਾਰ ਬਾਰੇ ਸਾਡੇ ਵਿਦਵਾਨਾਂ ਨੇ, ਸਾਡੇ ਗੁਰੂਆਂ ਨੇ, ਸਾਡੇ ਪੀਰਾਂ ਨੇ, ਸਾਡੇ ਫਕੀਰਾਂ ਨੇ, ਸਾਡੇ ਲੇਖਕਾਂ ਨੇ, ਸਾਡੇ ਵਿਦਵਾਨਾਂ ਨੇ ਬਹੁਤ ਸੁੰਦਰ ਤੇ ਪਿਆਰੇ ਗੀਤ ਲਿਖੇ ਨੇ, ਬਹੁਤ ਵੱਡੇ ਵੱਡੇ ਲੇਖ ਲਿਖੇ ਨੇ। ਪਰ ਫਿਰ ਵੀ ਕੁਦਰਤ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਨੂੰ ਸ਼ਬਦਾਂ ਦੇ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਆਪਾਂ ਗੱਲ ਕਰਦੇ ਹਾਂ 8ਵੀਂ ਜਮਾਤ ਦੀ ਪਾਠ ਪੁਸਤਕ ਦੇ ਵਿੱਚ ਸ਼ਾਮਲ ਇਹ ਰਚਨਾ ਅਦਭੁਤ ਸੰਸਾਰ। ਕਵੀ ਨੇ ਲਿਖਿਆ ਹੈ ਕਿ ਦੁਨੀਆ ਦੇ ਵਿੱਚ ਜੀਵਾਂ ਦਾ ਇਹ ਅਜਬ ਪਸਾਰਾ। ਇਸ ਦੁਨੀਆ ਦੇ ਵਿੱਚ ਵੱਖ-ਵੱਖ ਜੀਵਾਂ ਦਾ ਅਜੀਬ ਤਰ੍ਹਾਂ ਦਾ ਪਸਾਰਾ ਹੈ। ਬਹੁਤ ਵੰਨ ਸਵੰਨੇ ਜੀਵ ਇਸ ਸੰਸਾਰ ਦੇ ਵਿੱਚ ਵਸਦੇ ਹਨ, ਰਹਿੰਦੇ ਹਨ। ਰੁੱਖਾਂ, ਬਿਰਖਾਂ ਤੇ ਜੰਗਲਾਂ ਦਾ ਅਜਬ ਨਜ਼ਾਰਾ। ਆਲੇ ਦੁਆਲੇ ਦੇ ਜੰਗਲ, ਰੁੱਖ, ਬਹੁਤ ਤਰ੍ਹਾਂ ਦੇ ਅਨੇਕਾਂ ਪ੍ਰਕਾਰ ਦੇ ਰੁੱਖ ਸਾਡੇ ਆਲੇ ਦੁਆਲੇ ਵੀ ਅਸੀਂ ਹਰ ਰੋਜ਼ ਵੇਖਦੇ ਹਾਂ, ਜਿਨ੍ਹਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ, ਜਿਨ੍ਹਾਂ ਕਰਕੇ ਅਸੀਂ ਵਸਦੇ ਹਾਂ, ਜਿਨ੍ਹਾਂ ਕਰਕੇ ਅਸੀਂ ਜਿਉਂਦੇ ਹਾਂ। ਰੁੱਖਾਂ ਤੋਂ ਸਾਨੂੰ ਛਾਂ ਮਿਲਦੀ ਹੈ, ਫਲ ਮਿਲਦੇ ਨੇ, ਫੁੱਲ ਮਿਲਦੇ ਨੇ, ਤੇ ਰੁੱਖਾਂ ਦੇ ਸਾਨੂੰ ਕਿੰਨੇ ਲਾਭ ਨੇ। ਸਾਗਰ ਹੇਠਾਂ ਵੀ ਨੇ ਜੰਗਲ। ਜਿਹੜਾ ਅਸੀਂ ਸਾਗਰ ਵੇਖਦੇ ਹਾਂ, ਜਦੋਂ ਕਵੀ ਗੱਲ ਕਰਦਾ ਹੈ ਕਿ ਜਿਹੜਾ ਸਾਗਰ ਹੈ ਉਸ ਦੇ ਥੱਲੇ ਵੀ ਜੰਗਲ ਨੇ, ਫੁੱਲਾਂ ਪੱਤਿਆਂ ਜਿਹੇ, ਕਿਉਂਕਿ ਪਾਣੀ ਦੇ ਵਿੱਚ ਬਹੁਤ ਸਾਰੇ ਫੁੱਲ ਨੇ, ਪੱਤੇ ਨੇ। ਜਿਹੜੇ ਬੱਚਿਆਂ ਨੇ ਸਮੁੰਦਰ ਵੇਖਿਆ ਹੈ ਉਹ ਭਲੀ ਭਾਂਤ ਬਾਖੂਬੀ ਜਾਣਦੇ ਨੇ ਕਿ ਕਿੰਨਾ ਕੁਝ ਸਮੁੰਦਰ ਦੇ ਵਿੱਚ ਹੈ। ਵੈਸੇ ਵੀ ਅੱਜ ਦੇ ਸਮੇਂ ਸਾਡੇ ਕੋਲ ਇੰਨਾ ਇਲੈਕਟ੍ਰੋਨਿਕ ਮੀਡੀਆ ਹੈ, ਸਾਡੇ ਕੋਲ ਗੂਗਲ ਹੈ, ਬਹੁਤ ਸਾਰੇ ਇੱਦਾਂ ਦੇ ਚੈਨਲ ਨੇ ਜਿੱਥੇ ਤੁਸੀਂ ਸਮੁੰਦਰ ਵੇਖਿਆ ਹੋਵੇਗਾ। ਸਮੁੰਦਰ ਨੂੰ ਨਾਪਦੇ ਹੋਏ ਵੱਡੇ ਵੱਡੇ ਤੈਰਾਕ, ਗੋਤਾਖੋਰ ਵੇਖੇ ਹੋਣਗੇ ਜਿਹੜੇ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਖੋਜਾਂ ਕਰਦੇ ਨੇ। ਉਹ ਸਾਨੂੰ ਕਿੰਨੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਸਮੁੰਦਰ ਦੇ ਵਿੱਚੋਂ ਲਿਆ ਕੇ ਦਿਖਾਉਂਦੇ ਨੇ। ਅਜਬ ਪ੍ਰਾਣੀ, ਸਾਗਰ ਘੋੜੇ, ਜਿਹੜੀਆਂ ਚੀਜ਼ਾਂ ਸਮੁੰਦਰ ਦੇ ਵਿੱਚ ਨੇ, ਭੋਲੇ ਭਾਲੇ, ਸੰਖ, ਕੇਕੜੇ, ਤਾਰਾ ਮੱਛੀਆਂ, ਗਹਿਰੇ ਹਨੇਰੇ, ਇਹ ਜਿਹੜੀਆਂ ਮੱਛੀਆਂ ਨੇ ਸਾਗਰ ਅੰਦਰ ਆਪਣਾ ਆਪ ਜਗਾ ਕੇ ਕਰਨ ਰੋਸ਼ਨੀ, ਜਗਮਗ ਜਗਮਗ ਤੈਰਨ ਵੇਖੋ ਮੱਛੀਆਂ। ਮੱਛੀਆਂ ਦੇ ਕੋਲ ਕੁਦਰਤ ਨੇ ਕਿਸ ਤਰ੍ਹਾਂ ਉਹਨਾਂ ਨੂੰ ਰੋਸ਼ਨੀ ਦਿੱਤੀ ਹੈ, ਕਿਸ ਤਰ੍ਹਾਂ ਉਹਨਾਂ ਨੂੰ ਚਾਨਣ ਦਿੱਤਾ ਕਿ ਉਹ ਸਾਗਰ ਦੇ ਵਿੱਚ ਹਨੇਰੇ ਦੇ ਵਿੱਚ ਆਪਣਾ ਆਪ ਜਗਾ ਕੇ ਰੋਸ਼ਨੀ ਕਰਦੀਆਂ ਨੇ ਤੇ ਜਗਮਗ ਜਗਮਗ ਕਰਦੀਆਂ ਮੱਛੀਆਂ ਸਾਗਰ ਦੇ ਵਿੱਚ ਤੈਰ ਰਹੀਆਂ ਨੇ। ਕਿੰਨਾ ਸੋਹਣਾ ਸਾਨੂੰ ਸਾਗਰ ਦਾ ਦ੍ਰਿਸ਼ ਸਾਡੇ ਸਾਹਮਣੇ ਕਵੀ ਨੇ ਪੇਸ਼ ਕੀਤਾ ਹੈ। ਟੋ ਸਿੰਘੀਆਂ ਦੇ ਲਾ ਐਂਟੀਨੇ, ਗੰਧ ਸੁਗੰਧ ਤਰੰਗਾਂ ਤੇ ਹਰ ਆਹਟ ਫੜਦੇ, ਇਹਨਾਂ ਜੀਵਾਂ ਦੀਆਂ ਇਹੋ ਅੱਖੀਆਂ, ਤੁਰਦੇ ਫਿਰਦੇ ਜੰਗਲ ਬਾਗ ਬਗੀਚੇ, ਰੰਗ ਰੰਗੀਲੇ ਪਰ ਜ਼ਹਿਰੀਲੇ, ਵਿੱਚ ਵਿੱਚ ਰੰਗ ਬਰੰਗੀਆਂ ਖੇਡਣ ਮੱਛੀਆਂ। ਹੋਰ ਸਾਗਰ ਦੇ ਵਿੱਚ ਕੀ ਹੈ? ਟੋ ਸਿੰਘੀਆਂ ਦੇ ਲਾ ਐਂਟੀਨੇ, ਗੰਧ ਸੁਗੰਧ ਤਰੰਗਾਂ ਤੇ ਹਰ ਆਹਟ ਫੜਦੇ, ਇਹਨਾਂ ਜੀਵਾਂ ਦੀਆਂ ਇਹੋ ਅੱਖੀਆਂ। ਇਹਨਾਂ ਜੀਵਾਂ ਨੂੰ ਕੁਦਰਤ ਨੇ ਇਸ ਤਰ੍ਹਾਂ ਦੀਆਂ ਕੁਝ ਸੁਗਾਤਾਂ ਦਿੱਤੀਆਂ ਨੇ ਜਿਹੜੀਆਂ ਉਹ ਟੋ ਟੋ ਕੇ ਜਿਨ੍ਹਾਂ ਨੂੰ ਅੱਗੇ ਵਧਦੇ ਨੇ। ਜਿਵੇਂ ਬਹੁਤ ਸਾਰੇ ਜੀਵਾਂ ਨੂੰ, ਜਿਵੇਂ ਮਨੁੱਖਾਂ ਨੂੰ ਕੁਦਰਤ ਨੇ ਅੱਖ ਦਿੱਤੀ ਹੈ ਦੇਖਣ ਦੇ ਲਈ, ਇਹਨਾਂ ਜੀਵਾਂ ਨੂੰ ਦੇਖਣ ਦੇ ਲਈ ਸਿੰਗੀਆਂ ਲਾਈਆਂ ਨੇ। ਇਹ ਉਹਨਾਂ ਨੂੰ ਜਦੋਂ ਕਿਸੇ ਚੀਜ਼ ਨਾਲ ਟਕਰਾਉਂਦੇ ਨੇ, ਟੋਹਦੇ ਨੇ, ਉਹ ਵੇਖਦੇ ਵੇਖਦੇ ਹੋਏ ਗੰਧ ਲੈ ਕੇ, ਉਹਨਾਂ ਦੀ ਸੁਗੰਧ ਲੈ ਕੇ, ਉਹਨਾਂ ਦੀਆਂ ਸਾਗਰ ਦੀਆਂ ਤਰੰਗਾਂ ਤੋਂ ਹਰ ਆਹਟ ਫੜਦੇ ਨੇ। ਉਹਨਾਂ ਤਰੰਗਾਂ ਦੇ ਨਾਲ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਕਿਹੜੀ ਦਿਸ਼ਾ ਵਿੱਚ ਜਾਣਾ ਹੈ। ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਕਈ ਵਾਰ ਇਹਨਾਂ ਨੂੰ ਜਦੋਂ ਕੋਈ ਖਤਰਨਾਕ ਹੋਰ ਜੀਵ ਦਿਸਦਾ ਹੈ ਤਾਂ ਇਹਨਾਂ ਨੂੰ ਤਰੰਗਾਂ ਦੱਸ ਦਿੰਦੀਆਂ ਹਨ, ਤਾਂ ਤੁਰੰਤ ਆਪਣੇ ਸਥਾਨ ਤੋਂ ਇਹ ਅੱਗੇ ਪਿੱਛੇ ਹੋ ਜਾਂਦੇ ਨੇ। ਇਸ ਤਰ੍ਹਾਂ ਸਾਗਰ ਦੇ ਵਿੱਚ ਇਹ ਜੰਗਲ ਤੁਰੇ ਫਿਰਦੇ ਨੇ, ਇਹ ਬਾਗ ਬਗੀਚੇ ਨੇ। ਬੇਸ਼ੱਕ ਇਹਨਾਂ ਦੇ ਵਿੱਚ ਬਹੁਤ ਸਾਰੇ ਜ਼ਹਿਰੀਲੇ ਜੀਵ ਨੇ, ਰੰਗ ਬਰੰਗੇ ਨੇ, ਉਹਨਾਂ ਦੇ ਵਿੱਚ ਮੱਛੀਆਂ ਖੇਡ ਰਹੀਆਂ ਨੇ। ਤੇ ਸਾਗਰ ਦੇ ਵਿੱਚ, ਸਮੁੰਦਰ ਦੇ ਵਿੱਚ ਜਦੋਂ ਕੋਈ ਇਹਨਾਂ ਮੱਛੀਆਂ ਨੂੰ, ਇਹਨਾਂ ਜੀਵ ਜੰਤੂਆਂ ਨੂੰ ਖੇਡਦੇ ਵੇਖਦਾ ਹੈ, ਜਿਵੇਂ ਜਗਮਗ ਜਗਮਗ ਰੋਸ਼ਨੀ ਕਰਦੇ ਵੇਖਦਾ ਹੈ, ਤਾਂ ਉਸ ਨੂੰ ਕਿੰਨਾ ਅਦਭੁਤ ਸੰਸਾਰ ਲੱਗਦਾ ਹੋਵੇਗਾ। ਉਸ ਨੂੰ
ਕਿੰਨਾ ਅਜੀਬ ਲੱਗਦਾ ਹੋਵੇਗਾ ਤੇ ਉਸ ਦੇ ਮੂੰਹੋਂ ਆਪਣੇ ਆਪ ਕੁਦਰਤ ਨੂੰ ਵਾਹ ਵਾਹ ਕਹਿਣ ਨੂੰ ਮਨ ਕਰਦਾ ਹੋਵੇਗਾ, ਕਿਉਂਕਿ ਕੁਦਰਤ ਨੇ ਇੰਨੀਆਂ ਸਗਾਤਾਂ, ਇੰਨੇ ਜੀਵ ਜੰਤੂ, ਇੰਨੇ ਰੁੱਖ, ਪਸ਼ੂ, ਪੰਛੀ, ਪ੍ਰਾਣੀ ਸਾਡੇ ਲਈ ਬਣਾਏ ਨੇ ਕਿ ਮਨੁੱਖ ਹੈਰਾਨ ਹੋ ਜਾਂਦਾ ਹੈ ਕਿ ਕੁਦਰਤ ਕਿੰਨੀ ਵਿਸ਼ਾਲ ਹੈ, ਸਾਡਾ ਸੰਸਾਰ ਕਿੰਨਾ ਅਜੀਬ ਹੈ, ਕਿੰਨਾ ਅਦਭੁਤ ਹੈ। ਬੇਸ਼ੱਕ ਸਾਡੇ ਵਿਗਿਆਨੀਆਂ ਨੇ ਬਹੁਤ ਖੋਜਾਂ ਕੀਤੀਆਂ ਨੇ, ਖੋਜਾਂ ਹੋ ਰਹੀਆਂ ਨੇ, ਪਰ ਫਿਰ ਵੀ ਕੁਦਰਤ ਨੇ ਸਾਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੁਗਾਤਾਂ ਤੇ ਚੀਜ਼ਾਂ ਤੇ ਜੀਵ ਜੰਤੂ ਦਿੱਤੇ ਨੇ ਜਿਨ੍ਹਾਂ ਬਾਰੇ ਵੇਖ ਕੇ ਮਨੁੱਖ ਹੈਰਾਨ ਹੋ ਜਾਂਦਾ ਹੈ। ਇੱਕ ਹੋਰ ਅੱਗੇ ਗੱਲ ਕੀਤੀ ਹੈ ਕਵੀ ਨੇ ਇੱਕ ਜੀਵ ਦੀ, ਰੰਗ ਬਦਲਦਾ ਵੇਖੋ, ਰੰਗ ਬਦਲਦਾ ਵੇਖੋ, ਅਕਟੂਪਸ ਕਿਵੇਂ ਆਪਣਾ ਪੱਥਰਾਂ ਵਿੱਚ ਪੱਥਰ ਹੋ ਜਾਵੇ, ਰੂਪ ਵਟਾਵੇ। ਵਾਹ ਅਕਟੂਪਸ ਤੇਰੀਆਂ ਇਹ ਜਾਦੂਗਰੀਆਂ, ਪਰੀ ਦੇਸ਼ ਤੋਂ ਉਤਰੀ ਜੈਲੀਫਿਸ਼ ਕੋਈ ਤਰਦੀ, ਪਾਰਦਰਸ਼ੀ ਅਤ ਸੋਹਣੀ ਤੇ ਬੇਹੱਦ ਵਿਸ਼ੈਲੀ, ਉੱਡਣ ਤਸ਼ਤਰੀਆਂ ਸਾਗਰ ਵਿੱਚ ਜਿਉਂ ਉਤਰੀਆਂ। ਤੁਸੀਂ ਬਹੁਤ ਵਾਰ ਵੇਖਿਆ ਹੋਵੇਗਾ ਵੱਖ-ਵੱਖ ਵੀਡੀਓ ਦੇ ਵਿੱਚ ਵੀ, ਟੈਲੀਵਿਜ਼ਨ ਤੇ ਵੀ, ਕਿ ਜਿਹੜੀਆਂ ਇਹ ਮੱਛੀਆਂ ਨੇ ਜੈਲੀਫਿਸ਼, ਇਹ ਕਿਸ ਤਰ੍ਹਾਂ ਜਿਵੇਂ ਉੱਡਣ ਤਸ਼ਤਰੀਆਂ ਸਾਗਰ ਦੇ ਵਿੱਚ ਇਸ ਤਰ੍ਹਾਂ ਇਹ ਉਤਰਦੀਆਂ ਨੇ, ਛਾਲਾਂ ਮਾਰਦੀਆਂ ਨੇ, ਉੱਪਰ ਜਾਂਦੀਆਂ ਨੇ, ਹੇਠਾਂ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਇੱਕ ਉਹ ਜੀਵ ਹੈ ਅਕਟੂਪਸ, ਉਹ ਆਪਣਾ ਰੰਗ ਬਦਲਦਾ ਹੈ। ਜਿਵੇਂ ਕਿ ਆਪਾਂ ਆਮ ਤੌਰ ਤੇ ਜੀਵਨ ਦੇ ਵਿੱਚ ਆਖਦੇ ਹਾਂ ਕਿ ਗਿਰਗਿਟ ਵਾਂਗੂ ਰੰਗ ਬਦਲਣਾ, ਉਹ ਵੀ ਇੱਕ ਜੀਵ ਹੈ ਜਿਹੜਾ ਆਪਣਾ ਰੰਗ ਬਦਲਦਾ। ਇਸੇ ਤਰ੍ਹਾਂ ਇਸ ਬਾਰੇ ਕਵੀ ਦੱਸਦਾ ਹੈ ਕਿ ਰੰਗ ਬਦਲਦਾ ਵੇਖੋ, ਅਕਟੂਪਸ ਕਿਵੇਂ ਆਪਣਾ ਪੱਥਰਾਂ ਵਿੱਚੋਂ ਪੱਥਰ ਹੋ ਜਾਂਦਾ, ਆਪਣਾ ਰੂਪ ਵਟਾਉਂਦਾ, ਤੇ ਜਦੋਂ ਉਸ ਨੂੰ ਕਵੀ ਵੇਖਦਾ ਤਾਂ ਉਸ ਦੇ ਮੂੰਹੋਂ ਨਿਕਲਦਾ ਹੈ, ਵਾਹ ਅਕਟੂਪਸ ਤੇਰੀਆਂ ਇਹ ਜਾਦੂਗਰੀਆਂ, ਪਰੀ ਦੇਸ਼ ਤੋਂ ਉਤਰੀ ਜੈਲੀਫਿਸ਼ ਕੋਈ ਤਰਦੀ, ਪਾਰਦਰਸ਼ੀ ਅਤ ਸੋਹਣੀ ਤੇ ਬੇਹੱਦ ਬੇਸ਼ੈਲੀ। ਉਹ ਜੈਲੀਫਿਸ਼ ਜਿਸ ਦੇ ਵਿੱਚ ਦੀ ਸ਼ੀਸ਼ੇ ਵਾਂਗ ਦੂਸਰੇ ਪਾਸੇ ਦਿਸਦਾ ਹੈ, ਪਰ ਉਹ ਜਿੰਨੀ ਸੋਹਣੀ ਹੈ, ਜਿੰਨੀ ਪਿਆਰੀ ਹੈ, ਉਨੀ ਹੀ ਜ਼ਹਿਰੀਲੀ ਹੈ, ਵਿਸ਼ੈਲੀ ਹੈ। ਕਵੀ ਕਹਿੰਦਾ ਹੈ ਕਿ ਜਿਵੇਂ ਤਸ਼ਤਰੀਆਂ ਉੱਡਦੀਆਂ ਹਨ, ਇਸ ਤਰ੍ਹਾਂ ਲੱਗਦਾ ਹੈ ਜਦੋਂ ਮੱਛੀਆਂ ਛਾਲਾਂ ਮਾਰ ਕੇ ਵਿੱਚ ਉਤਰਦੀਆਂ ਨੇ ਕਿ ਜਿਵੇਂ ਤਸ਼ਤਰੀਆਂ ਸਾਗਰ ਦੇ ਵਿੱਚ ਉਤਰਦੀਆਂ ਹੋਣ। ਇਸੇ ਤਰ੍ਹਾਂ ਬਹੁਤ ਸਾਰੇ ਜੀਵ ਅਸੀਂ ਆਮ ਜੀਵਨ ਦੇ ਵਿੱਚ ਵੀ ਆਪਣੇ ਚਾਹੇ ਸਾਡੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਛੱਪੜ ਹੋਵੇ ਜਾਂ ਜਿੱਥੇ ਕਿਤੇ ਇਸ ਤਰ੍ਹਾਂ ਦਾ ਪਾਣੀ ਹੋਵੇ, ਉਸ ਦੇ ਵਿੱਚ ਵੀ ਅਸੀਂ ਬੇਸ਼ੱਕ ਵੱਖਰੇ ਵੱਖਰੇ ਜੀਵ ਜੰਤੂ ਵੇਖਦੇ ਹਾਂ ਜਿਨ੍ਹਾਂ ਨੂੰ ਵੇਖ ਕੇ ਸਾਡੇ ਮੂੰਹੋਂ ਵਾਹ ਵਾਹ ਨਿਕਲਦਾ ਹੈ ਤੇ ਅਸੀਂ ਹੈਰਾਨ ਹੁੰਦੇ ਹਾਂ। ਇਸੇ ਤਰ੍ਹਾਂ ਕਵੀ ਜਦੋਂ ਇਹਨਾਂ ਜੀਵ ਜੰਤੂਆਂ ਨੂੰ ਵੇਖਦਾ ਹੈ ਸਮੁੰਦਰ ਦੇ ਵਿੱਚ ਜਾ ਕੇ, ਸਾਗਰ ਦੇ ਵਿੱਚ, ਤਾਂ ਉਹ ਬੜਾ ਹੈਰਾਨ ਹੁੰਦਾ ਹੈ। ਇਸੇ ਤਰ੍ਹਾਂ ਫੈਸ਼ਨ ਸ਼ੋਅ ਦੀ ਗੱਲ ਕੀਤੀ ਹੈ ਕਵੀ ਨੇ, ਜਿਵੇਂ ਫੈਸ਼ਨ ਸ਼ੋਅ ਸਾਡੇ ਨਿੱਕੇ ਨਿੱਕੇ ਬੱਚੇ ਫੈਸ਼ਨ ਸ਼ੋਅ ਦੇ ਵਿੱਚ ਹਿੱਸਾ ਲੈਂਦੇ ਨੇ। ਅੱਜ ਕੱਲ੍ਹ ਸਾਡੇ ਸਕੂਲਾਂ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਜਿਸ ਦੇ ਵਿੱਚ ਬੱਚੇ ਵੱਖਰਾ ਵੱਖਰਾ ਪਹਿਰਾਵਾ ਪਾ ਕੇ ਸ਼ੋਅ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਉਹ ਆਪਣੇ ਮਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਨੇ। ਇਸੇ ਤਰ੍ਹਾਂ ਹੀ ਇਹਨਾਂ ਜੀਵ ਜੰਤੂਆਂ ਬਾਰੇ ਕਵੀ ਨੇ ਲਿਖਿਆ ਹੈ ਕਿ ਸਾਗਰ ਅੰਦਰ ਵੇਖੋ ਫੈਸ਼ਨ ਸ਼ੋਅ ਜੀਵਾਂ ਦਾ। ਜਿਸ ਤਰ੍ਹਾਂ ਅਸੀਂ ਆਪਣੇ ਸਕੂਲ ਦੇ ਵਿੱਚ ਫੈਸ਼ਨ ਸ਼ੋਅ ਕਰਦੇ ਹਾਂ, ਇਸੇ ਤਰ੍ਹਾਂ ਕਵੀ ਕਹਿੰਦਾ ਹੈ ਕਿ ਸਾਗਰ ਦੇ ਵਿੱਚ ਇੱਕ ਫੈਸ਼ਨ ਸ਼ੋਅ ਹੋ ਰਿਹਾ ਹੈ ਇਹਨਾਂ ਜੀਵ ਜੰਤੂਆਂ ਦਾ। ਹਰ ਕੋਈ ਸੋਹਣਾ ਦਿਸਣਾ ਚਾਹਵੇ, ਜਿਸ ਤਰ੍ਹਾਂ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਵੱਡਾ ਹੈ, ਉਹ ਸੋਹਣਾ ਦਿਸਣਾ ਚਾਹੁੰਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਜੀਵ ਜੰਤੂ ਨੇ ਇਹ ਵੀ ਇੱਕ ਦੂਜੇ ਤੋਂ ਸੋਹਣਾ ਦਿਸਣਾ ਚਾਹੁੰਦੇ ਨੇ, ਇਹ ਵੀ ਆਪਣੇ ਆਪ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਨੇ। ਡਾਲਫਿਨਾਂ ਜਦ ਲੰਘੀਆਂ ਲਹਿਰਾਂ ਉਛਲੀਆਂ, ਜਦੋਂ ਡਾਲਫਿਨ ਉੱਥੋਂ ਦੀ ਲੰਘੀ ਤਾਂ ਜਿਹੜੀਆਂ ਪਾਣੀ ਦੀਆਂ ਲਹਿਰਾਂ ਨੇ ਉਹਨਾਂ ਦੇ ਵਿੱਚ ਉਛਾਲ ਆ ਗਿਆ, ਪਾਣੀ ਦੀਆਂ ਲਹਿਰਾਂ ਦੇ ਵਿੱਚ ਗਤੀ ਆ ਗਈ। ਸਾਗਰ ਹੇਠਾਂ ਅਜਬ ਨਜ਼ਾਰੇ, ਕੋਈ ਜਿੱਤੇ ਕੋਈ ਹਾਰੇ, ਸੁੱਚੇ ਮੋਤੀ ਰਚਦੀਆਂ ਸੋਹਣੀਆਂ ਸਿੱਪੀਆਂ। ਘੋਗੇ ਸਿੱਪੀਆਂ ਜਿਹੜੀਆਂ ਸਾਗਰ ਦੇ ਕਿਨਾਰੇ ਜਦੋਂ ਤੁਸੀਂ ਗਏ ਹੋਵੋਗੇ ਤਾਂ ਵੇਖੀਆਂ ਹੋਣਗੀਆਂ। ਇਸੇ ਤਰ੍ਹਾਂ ਕਵੀ ਨੇ ਕਿਹਾ ਹੈ ਕਿ ਸਾਗਰ ਦੇ ਹੇਠਾਂ ਬਹੁਤ ਸਾਰੇ ਨਜ਼ਾਰੇ ਨੇ, ਉੱਥੇ ਵੀ ਕੋਈ ਜੀਵ ਜਿੱਤ ਰਿਹਾ ਹੈ, ਕੋਈ ਹਾਰ ਰਿਹਾ ਹੈ। ਬੇਸ਼ੱਕ ਇੱਕ ਸੰਸਾਰ ਉਹ ਹੈ ਜੋ ਸਾਡੀਆਂ ਅੱਖਾਂ ਨੂੰ ਸਪਸ਼ਟ ਤੌਰ ਤੇ ਦਿਸ ਰਿਹਾ ਹੈ, ਪਰ ਇੱਕ ਅਦਿੱਖ ਸੰਸਾਰ ਹੁੰਦਾ ਹੈ, ਇੱਕ ਉਹ ਸੰਸਾਰ ਵੀ ਹੈ ਜਿਹੜਾ ਸਾਨੂੰ ਦਿਸ ਨਹੀਂ ਰਿਹਾ ਪਰ ਉਹ ਵੀ ਅਜੀਬ ਸੰਸਾਰ ਹੈ। ਜਿਸ ਤਰ੍ਹਾਂ ਸਾਗਰ ਦੇ ਵਿੱਚ ਵੱਖ-ਵੱਖ ਜੀਵਾਂ ਬਾਰੇ ਕਵੀ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉੱਥੇ ਜੀਵ ਜੰਤੂ ਅਲੱਗ-ਅਲੱਗ ਰਹਿੰਦੇ ਹਨ। ਇੱਕ ਵੱਖਰੇ ਹੀ ਬਿੰਦੂ ਤੋਂ ਕਵੀ ਨੇ ਇਸ ਰਚਨਾ ਦੇ ਵਿੱਚ ਉਹਨਾਂ ਜੀਵਾਂ ਦੇ ਬਾਰੇ ਲਿਖਿਆ ਹੈ। ਇਸੇ ਤਰ੍ਹਾਂ ਅਸੀਂ ਆਪਣੇ
ਜੀਵਨ ਵਿੱਚ ਵੀ ਜੇ ਸੋਚੀਏ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਅਸੀਂ ਅਜੇ ਦੇਖ ਨਹੀਂ ਰਹੇ, ਪਰ ਉਹ ਹੋ ਰਹੀਆਂ ਹਨ। ਇਸੇ ਤਰ੍ਹਾਂ ਧਰਤੀ ਦੇ ਅੰਦਰ ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਇਸੇ ਤਰ੍ਹਾਂ ਹੀ ਸਾਗਰ ਦੇ ਵਿੱਚ ਜੋ ਹੋ ਰਿਹਾ ਹੈ ਉਸ ਦੇ ਬਾਰੇ ਸਾਨੂੰ ਕਵੀ ਨੇ ਕਿੰਨੀ ਸੋਹਣੀ ਰਚਨਾ ਰਚ ਕੇ ਸਾਡੀ ਜੋ ਪਾਠ ਪੁਸਤਕ ਵਿੱਚ ਸ਼ਾਮਲ ਹੈ ਉਹ ਸਾਨੂੰ ਦਿੱਤੀ ਹੈ। ਸੋ ਵਧੀਆ ਹੋਵੇਗਾ ਜੇਕਰ ਸਾਡੇ ਪਿਆਰੇ ਪਿਆਰੇ ਵਿਦਿਆਰਥੀ ਇਸ ਰਚਨਾ ਨੂੰ ਜਵਾਨੀ ਯਾਦ ਕਰ ਲੈਣਗੇ, ਕਿਉਂਕਿ ਇਹ ਕੇਵਲ ਸਾਡੇ ਮਨੋਰੰਜਨ ਦਾ ਹੀ ਸਾਧਨ ਨਹੀਂ, ਇਸ ਦੇ ਵਿੱਚ ਬਹੁਤ ਵੱਡੀ ਜਾਣਕਾਰੀ ਵੀ ਕਵੀ ਨੇ ਲਿਖੀ ਹੈ। ਜਦੋਂ ਅਸੀਂ ਇਸ ਨੂੰ ਪੜ੍ਹਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਸਮੁੰਦਰ ਸਾਡੇ ਕੋਲ ਆ ਗਿਆ ਹੋਵੇ, ਜਿਵੇਂ ਉਹ ਸਮੁੰਦਰ ਚੱਲ ਕੇ ਸਾਡੀ ਜਮਾਤ ਦੇ ਵਿੱਚ ਆ ਗਿਆ ਹੋਵੇ। ਜਿੱਥੇ ਵੀ ਅਸੀਂ ਬੈਠੇ ਪੜ੍ਹਦੇ ਹਾਂ ਇੱਦਾਂ ਲੱਗਦਾ ਹੈ ਕਿ ਉਹ ਸਮੁੰਦਰ ਦੀਆਂ ਸਾਰੀਆਂ ਗੱਲਾਂ ਸਾਡੀਆਂ ਅੱਖਾਂ ਦੇ ਅੱਗੇ ਆ ਗਈਆਂ ਨੇ। ਉਹ ਡਾਲਫਿਨ, ਉਹ ਮੱਛੀਆਂ, ਉਹ ਜੀਵ ਜੰਤੂ, ਅਕਟੋਪਸ, ਉਹ ਸਾਰੇ ਹੀ ਦ੍ਰਿਸ਼ ਕਵੀ ਨੇ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਇਸ ਕਵਿਤਾ ਦੇ ਵਿੱਚ ਪਰੋਏ ਹਨ। ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਵੀ ਉਹ ਸਾਗਰ ਨੂੰ, ਉਹ ਸਮੁੰਦਰ ਨੂੰ ਵੇਖ ਲਿਆ ਹੈ। ਕੁਝ ਕੁ ਪ੍ਰਸ਼ਨ ਵੀ ਹਨ ਜੋ ਸਾਡੀ ਪਾਠ ਪੁਸਤਕ ਦੇ ਵਿੱਚ ਹਨ, ਜਿਹੜੇ ਕਿ ਅਸੀਂ ਯਾਦ ਕਰਨੇ ਹਨ, ਕਿਉਂਕਿ ਸਾਨੂੰ ਪ੍ਰੀਖਿਆ ਵਿੱਚ ਵੀ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣੇ ਪੈ ਸਕਦੇ ਹਨ। ਅਸੀਂ ਬਹੁਤ ਹੀ ਸੁੰਦਰ ਲਿਖਾਈ ਦੇ ਵਿੱਚ ਇਹਨਾਂ ਪ੍ਰਸ਼ਨਾਂ ਦੇ ਉੱਤਰ ਆਪਣੀ ਕਾਪੀ ਦੇ ਉੱਤੇ ਲਿਖਣੇ ਨੇ। ਜਿਨ੍ਹਾਂ ਵਿਦਿਆਰਥੀਆਂ ਨੇ ਬਹੁਤ ਹੀ ਪਿਆਰ ਨਾਲ, ਬਹੁਤ ਹੀ ਸਾਵਧਾਨੀ ਨਾਲ, ਬਹੁਤ ਹੀ ਸਹਿਜਤਾ ਨਾਲ ਇਸ ਕਵਿਤਾ ਨੂੰ ਪੜ੍ਹਿਆ, ਸੁਣਿਆ ਤੇ ਗਾਇਆ ਹੋਵੇਗਾ, ਉਹਨਾਂ ਨੂੰ ਇਹ ਪ੍ਰਸ਼ਨ ਯਾਦ ਹੋ ਗਏ ਹੋਣਗੇ। ਪਹਿਲਾ ਪ੍ਰਸ਼ਨ ਹੈ, ਸਮੁੰਦਰ ਦੇ ਹੇਠਾਂ ਜੀਵ ਜੰਤੂਆਂ ਦਾ ਸੰਸਾਰ ਕਿਹੋ ਜਿਹਾ ਹੈ? ਉੱਤਰ ਅਦਭੁਤ। ਪ੍ਰਸ਼ਨ 2 ਹੈ, ਟੋ ਸਿੰਘੀਆਂ ਜੀਵਾਂ ਲਈ ਕਿਵੇਂ ਲਾਹੇਵੰਦ ਹੋਣ? ਇਸ ਦਾ ਉੱਤਰ ਅਸੀਂ ਲਿਖਾਂਗੇ, ਟੋ ਸਿੰਘੀਆਂ ਜੀਵਾਂ ਦੇ ਇੱਕ ਕਾਰ ਦੇ ਐਂਟੀਨੇ ਹਨ, ਜਿਨ੍ਹਾਂ ਰਾਹੀਂ ਉਹ ਸਭ ਗੰਧਾਂ, ਸੁਗੰਧਾਂ ਤੇ ਤਰੰਗਾਂ ਦੀ ਆਹਟ ਨੂੰ ਜਾਣ ਲੈਂਦੇ ਹਨ। ਇਹ ਇੱਕ ਪ੍ਰਕਾਰ ਦੀਆਂ ਇਹਨਾਂ ਦੀਆਂ ਅੱਖਾਂ ਹਨ। ਅਗਲਾ ਪ੍ਰਸ਼ਨ ਹੈ, ਅਕਟੋਪਸ ਨਾਂ ਦੇ ਜੀਵ ਦੀ ਕੀ ਵਿਸ਼ੇਸ਼ਤਾ ਹੈ? ਉੱਤਰ ਇਸ ਦਾ ਅਸੀਂ ਇਸ ਤਰ੍ਹਾਂ ਲਿਖਾਂਗੇ, ਅਕਟੋਪਸ ਅਦਭੁਤ ਤਰੀਕੇ ਨਾਲ ਆਪਣੇ ਰੰਗ ਬਦਲਦਾ ਰਹਿੰਦਾ ਹੈ। ਇਹ ਰੂਪ ਵਟਾ ਕੇ ਪੱਥਰਾਂ 'ਚ ਪੱਥਰ ਹੋਇਆ ਦਿਸਦਾ ਹੈ। ਸੋ ਇਹ 3 ਪ੍ਰਸ਼ਨਾਂ ਦੇ ਉੱਤਰ ਅਸੀਂ ਕਾਪੀ ਦੇ ਉੱਤੇ ਬਹੁਤ ਖੂਬਸੂਰਤ ਢੰਗ ਨਾਲ ਲਿਖ ਲੈਣੇ ਹਨ, ਕਿਉਂਕਿ ਹੁਣ ਪ੍ਰੀਖਿਆ ਦੇ ਵਿੱਚ ਸੁੰਦਰ ਲਿਖਾਈ ਦੇ ਵੀ ਸਾਡੇ ਵਿਦਿਆਰਥੀਆਂ ਨੂੰ ਨੰਬਰ ਮਿਲਦੇ ਹਨ। ਜੇਕਰ ਅਸੀਂ ਵਧੀਆ ਲਿਖਣ ਦੀ ਆਦਤ ਪਾ ਲਵਾਂਗੇ ਤਾਂ ਅਸੀਂ ਆਪਣੀ ਪ੍ਰੀਖਿਆ ਦੇ ਵਿੱਚੋਂ ਵੀ ਚੰਗੇ ਅੰਕ ਪ੍ਰਾਪਤ ਕਰ ਸਕਦੇ ਹਾਂ। ਅਗਲਾ ਪ੍ਰਸ਼ਨ ਹੈ, ਜੈਲੀਫਿਸ਼ ਮੱਛੀ ਕਿਹੋ ਜਿਹੀ ਹੁੰਦੀ ਹੈ? ਜੈਲੀਫਿਸ਼ ਸੋਹਣੀ ਪਾਰਦਰਸ਼ੀ ਮੱਛੀ ਹੈ, ਪਰੰਤੂ ਇਹ ਜ਼ਹਿਰੀਲੀ ਹੁੰਦੀ ਹੈ। ਪਾਰਦਰਸ਼ੀ ਜਿਸ ਦੇ ਵਿੱਚ ਦੀ ਸਾਨੂੰ ਦਿਸਦਾ ਹੋਵੇ, ਇਹ ਮੱਛੀ ਇਸ ਤਰ੍ਹਾਂ ਦੀ ਹੈ। ਡਾਲਫਿਨ ਮੱਛੀਆਂ ਮਨੁੱਖ ਦਾ ਮਨੋਰੰਜਨ ਕਿਵੇਂ ਕਰਦੀਆਂ ਹਨ? ਡਾਲਫਿਨ ਮੱਛੀਆਂ ਬਹੁਤ ਸਿਆਣੀਆਂ ਤੇ ਮਿਲਣਸਾਰ ਹੁੰਦੀਆਂ ਹਨ। ਇਹ ਮਨੁੱਖ ਨਾਲ ਛੇਤੀ ਘੁਲ ਮਿਲ ਜਾਂਦੀਆਂ ਹਨ। ਇਹ ਹਮੇਸ਼ਾ ਮੁਸਕਰਾਉਂਦੀਆਂ ਜਾਪਦੀਆਂ ਹਨ। ਇਹਨਾਂ ਨੂੰ ਕਈ ਤਰ੍ਹਾਂ ਦੇ ਕਰਤੱਵ ਦਿਖਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਉੱਚੀ ਛਾਲ ਮਾਰਦੀਆਂ ਹਨ। ਬੱਚੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਹਨ। ਇਹ ਮਨੁੱਖ ਦਾ ਬਹੁਤ ਮਨੋਰੰਜਨ ਕਰਦੀਆਂ ਹਨ। ਇੱਕ ਹੋਰ ਪ੍ਰਸ਼ਨ ਹੈ, ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ। ਦੁਨੀਆ ਦੇ ਵਿੱਚ ਅੱਗੇ ਅਸੀਂ ਕੀ ਲਿਖਣਾ ਹੈ? ਜੇਕਰ ਅਸੀਂ ਧਿਆਨ ਨਾਲ ਇਹ ਕਵਿਤਾ ਨੂੰ ਪੜ੍ਹਿਆ ਹੈ ਤਾਂ ਅਸੀਂ ਇਹਨਾਂ ਸਤਰਾਂ ਨੂੰ ਆਸਾਨੀ ਨਾਲ ਪੂਰੀਆਂ ਕਰ ਸਕਦੇ ਹਾਂ। ਦੁਨੀਆ ਦੇ ਵਿੱਚ ਜੀਵਾਂ ਦਾ ਏ ਅਜਬ ਪਸਾਰਾ, ਰੁੱਖਾਂ ਵਿਰਖਾਂ ਤੇ ਜੰਗਲਾਂ ਦਾ ਅਜਬ ਨਜ਼ਾਰਾ, ਸਾਗਰ ਹੇਠਾਂ ਅਜਬ ਨਜ਼ਾਰੇ, ਕੋਈ ਜਿੱਤੇ ਕੋਈ ਹਾਰੇ, ਸੁੱਚੇ ਮੋਤੀ ਰਚਦੀਆਂ ਸੋਹਣੀਆਂ ਸਿੱਪੀਆਂ। ਸੋ ਇੱਕ ਵਾਰ ਫਿਰ ਅਸੀਂ ਇਹਨਾਂ ਸਤਰਾਂ ਨੂੰ ਪੜ੍ਹਦੇ ਹਾਂ। ਦੁਨੀਆ ਦੇ ਵਿੱਚ ਜੀਵਾਂ ਦਾ ਇਹ ਅਜਬ ਪਸਾਰਾ, ਰੁੱਖਾਂ ਬਿਰਖਾਂ ਤੇ ਜੰਗਲਾਂ ਦਾ ਅਜਬ ਨਜ਼ਾਰਾ, ਸਾਗਰ ਹੇਠਾਂ ਅਜਬ ਨਜ਼ਾਰੇ, ਕੋਈ ਜਿੱਤੇ ਕੋਈ ਹਾਰੇ, ਸੁੱਚੇ ਮੋਤੀ ਰਚਦੀਆਂ ਸੋਹਣੀਆਂ ਸਿੱਪੀਆਂ। ਕੁਝ ਔਖੇ ਸ਼ਬਦਾਂ ਦੇ ਅਰਥ ਵੀ ਸਾਡੀ ਪਾਠ ਪੁਸਤਕ ਵਿੱਚ ਦਿੱਤੇ ਹੋਏ ਹਨ। ਸਾਗਰ ਸਮੁੰਦਰ, ਅਦਭੁਤ ਅਨੋਖਾ ਅਜੀਬ, ਪਸਾਰਾ ਭਾਵ ਖਿਲਾਰਾ, ਨਜ਼ਾਰਾ ਦ੍ਰਿਸ਼, ਪ੍ਰਾਣੀ ਜੀਵ ਜੰਤੂ, ਆਹਟ ਆਵਾਜ਼ ਖੜਕਾ, ਪਾਰਦਰਸ਼ੀ ਆਰ ਪਾਰ ਦਿਸਣ ਵਾਲੀ, ਵਿਸ਼ੈਲੀ ਜ਼ਹਿਰੀਲੀ, ਉੱਡਣ ਤਸ਼ਤਰੀ ਕੋਈ ਅਣਜਾਣ ਉੱਡਦੀ ਸ਼ੈ, ਐਂਟੀਨੇ ਤਰੰਗਾਂ ਫੜਨ ਵਾਲੇ ਯੰਤਰ, ਗਹਿਰੇ ਡੂੰਘੇ ਟੋ ਸਿੰਘੀਆਂ
ਛੂਹਣ ਨਾਲ ਆਲੇ ਦੁਆਲੇ ਨੂੰ ਪਰਖਣ ਵਾਲੇ ਅੰਗ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕੁਝ ਸ਼ਬਦ ਜਿਨ੍ਹਾਂ ਦੇ ਅਸੀਂ ਅਰਥ ਵੀ ਜਾਣ ਲਏ ਹਨ, ਕੁਝ ਉਹ ਸ਼ਬਦ ਜਿਨ੍ਹਾਂ ਦੇ ਅਸੀਂ ਵਾਕ ਬਣਾਉਣੇ ਹਨ। ਇਹ ਸ਼ਬਦ ਹਨ ਅਜਬ, ਰੋਸ਼ਨੀ, ਰੰਗ ਬਰੰਗੀਆਂ, ਜਾਦੂਗਰੀਆਂ, ਸੋਹਣੀ, ਫੈਸ਼ਨ ਸ਼ੋ, ਲਹਿਰਾਂ, ਬਾਗ ਬਗੀਚੇ। ਅਜਬ, ਅਦਭੁਤ, ਸਮੁੰਦਰ ਵਿੱਚ ਬੜੇ ਅਜਬ ਨਜ਼ਾਰੇ ਹਨ। ਅਸੀਂ ਜਿਸ ਸ਼ਬਦ ਦਾ ਵਾਕ ਬਣਾਉਣਾ ਹੈ ਉਸ ਦੇ ਥੱਲੇ ਇੱਕ ਲਾਈਨ ਵੀ ਲਗਾ ਲੈਣੀ ਹੈ ਜਦੋਂ ਅਸੀਂ ਵਾਕ ਬਣਾਉਣਾ, ਤਾਂ ਕਿ ਸਾਨੂੰ ਯਾਦ ਕਰਨ ਵੇਲੇ ਆਸਾਨੀ ਰਹੇ। ਰੋਸ਼ਨੀ, ਚਾਨਣ, ਖਿੜਕੀ ਵਿੱਚੋਂ ਸੂਰਜ ਦੀ ਰੋਸ਼ਨੀ ਆ ਰਹੀ ਹੈ। ਰੰਗ ਬਰੰਗੀਆਂ, ਕਈ ਰੰਗਾਂ ਦੀਆਂ, ਸਮੁੰਦਰ ਵਿੱਚ ਬਹੁਤ ਸਾਰੀਆਂ ਰੰਗ ਬਰੰਗੀਆਂ ਮੱਛੀਆਂ ਹੁੰਦੀਆਂ ਹਨ। ਜਾਦੂਗਰੀਆਂ, ਹੈਰਾਨ ਕਰਨ ਵਾਲੇ ਕੰਮ। ਕੁਦਰਤ ਜੀਵਾਂ ਦੀਆਂ ਜਾਦੂਗਰੀਆਂ ਨਾਲ ਭਰਪੂਰ ਹੈ। ਸੋਹਣੀ, ਸੁੰਦਰ, ਜੈਲੀਫਿਸ਼ ਬਹੁਤ ਸੋਹਣੀ ਹੁੰਦੀ ਹੈ। ਫੈਸ਼ਨ ਸ਼ੋ, ਫੈਸ਼ਨ ਦੀ ਨੁਮਾਇਸ਼। ਅੱਜ ਕੱਲ੍ਹ ਥਾਂ ਥਾਂ ਪਹਿਰਾਵੇ ਦੇ ਫੈਸ਼ਨ ਸ਼ੋ ਹੁੰਦੇ ਹਨ। ਲਹਿਰਾਂ, ਤਰੰਗਾਂ, ਵੱਟਾ ਮਾਰਨ ਨਾਲ ਤਲਾਅ ਦੇ ਪਾਣੀ ਵਿੱਚ ਲਹਿਰਾਂ ਉੱਠ ਪਈਆਂ। ਬਾਗ ਬਗੀਚੇ, ਬਹੁਤ ਸਾਰੇ ਛੋਟੇ ਵੱਡੇ ਬਾਗ। ਸਾਡੇ ਸ਼ਹਿਰ ਬਹੁਤ ਸਾਰੇ ਬਾਗ ਬਗੀਚੇ ਹਨ। ਇਸ ਤਰ੍ਹਾਂ ਇੱਕ ਹੋਰ ਪ੍ਰਸ਼ਨ ਹੈ ਤੁਹਾਡੀ ਪਾਠ ਪੁਸਤਕ ਦੇ ਵਿੱਚ, ਸਮੁੰਦਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਸਾਧਨ ਕਿਹੜਾ ਹੈ? ਵਿਦਿਆਰਥੀ ਇਹ ਜਾਣਕਾਰੀ ਗੂਗਲ ਉੱਤੇ ਜਾਂ ਟੈਲੀਵਿਜ਼ਨ ਉੱਤੇ ਨੈਸ਼ਨਲ ਜੀਓਗ੍ਰਾਫੀਕਲ ਚੈਨਲ ਤੋਂ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੇ ਮਾਤਾ ਪਿਤਾ ਜਾਂ ਅਧਿਆਪਕਾਂ ਨਾਲ ਸਮੁੰਦਰ ਦੀ ਸੈਰ ਵੀ ਕਰ ਸਕਦੇ ਹਨ। ਇਸ ਤਰ੍ਹਾਂ ਇਹ ਜੋ ਬਹੁਤ ਖੂਬਸੂਰਤ ਰਚਨਾ ਤੁਹਾਡੀ ਪਾਠ ਪੁਸਤਕ ਦੇ ਵਿੱਚ ਸ਼ਾਮਲ ਹੈ, ਉਹ ਤੁਸੀਂ ਬਹੁਤ ਵਧੀਆ ਢੰਗ ਨਾਲ ਸੁਣੀ ਹੈ, ਸਮਝੀ ਹੈ। ਅਦਭੁਤ ਸੰਸਾਰ। ਅਸੀਂ ਸਾਰੇ ਵਿਦਿਆਰਥੀਆਂ ਨੇ ਇਸ ਦੇ ਜੋ ਅਭਿਆਸ ਦੇ ਵਿੱਚ ਪ੍ਰਸ਼ਨ ਹਨ, ਵਾਕਾਂ ਵਿੱਚ ਵਰਤੋਂ ਹੈ, ਔਖੇ ਸ਼ਬਦਾਂ ਦੇ ਅਰਥ ਹਨ, ਸਤਰਾਂ ਪੂਰੀਆਂ ਕਰੋ। ਇਹਨਾਂ ਨੂੰ ਬਹੁਤ ਹੀ ਸੁੰਦਰ ਲਿਖਾਈ ਦੇ ਵਿੱਚ ਆਪਣੀ ਕਾਪੀ 'ਤੇ ਲਿਖ ਲੈਣਾ ਹੈ ਅਤੇ ਇਸ ਰਚਨਾ ਨੂੰ ਯਾਦ ਵੀ ਕਰ ਲੈਣਾ ਹੈ। ਤੁਹਾਨੂੰ ਇਹ ਰਚਨਾ ਬਹੁਤ ਪਸੰਦ ਆਈ ਹੋਵੇਗੀ। ਹੁਣ ਆਪਾਂ ਇੱਕ ਵਾਰ ਫਿਰ ਇਸ ਰਚਨਾ ਨੂੰ ਗਾਉਂਦੇ ਹਾਂ ਤਾਂ ਕਿ ਸਾਨੂੰ ਇਹ ਚੰਗੀ ਤਰ੍ਹਾਂ ਯਾਦ ਰਹਿ ਸਕੇ ਅਤੇ ਸਾਨੂੰ ਸਾਰੀ ਜ਼ਿੰਦਗੀ ਇਸ ਦੇ ਵਿੱਚੋਂ ਜੋ ਸਿੱਖਿਆ ਮਿਲਦੀ ਹੈ ਉਹ ਵੀ ਸਾਨੂੰ ਯਾਦ ਰਹਿ ਸਕੇ। ਆਪਾਂ ਫਿਰ ਇੱਕ ਵਾਰ ਗਾਉਂਦੇ ਹਾਂ ਇਸ ਰਚਨਾ ਨੂੰ, ਅਦਭੁਤ ਸੰਸਾਰ। ਦੁਨੀਆ ਦੇ ਵਿੱਚ ਜੀਵਾਂ ਦਾ ਏ ਅਜਬ ਪਸਾਰਾ, ਰੁੱਖਾਂ ਬਿਰਖਾਂ ਤੇ ਜੰਗਲਾਂ ਦਾ ਅਜਬ ਨਜ਼ਾਰਾ। ਦੁਨੀਆ ਦੇ ਵਿੱਚ ਜੀਵਾਂ ਦਾ ਏ ਅਜਬ ਪਸਾਰਾ, ਰੁੱਖਾਂ ਬਿਰਖਾਂ ਤੇ ਜੰਗਲਾਂ ਦਾ ਅਜਬ ਨਜ਼ਾਰਾ। ਸਾਗਰ ਹੇਠਾਂ ਵੀ ਨੇ ਜੰਗਲ, ਸਾਗਰ ਹੇਠਾਂ ਵੀ ਨੇ ਜੰਗਲ, ਫੁੱਲਾਂ ਪੱਤਿਆਂ ਜਿਹੇ ਅਜਬ ਪ੍ਰਾਣੀ। ਸਾਗਰ ਕੋੜੇ ਭੋਲੇ ਪਾਲੇ ਸੰਖ ਕੇਕੜੇ, ਅਜਬ ਪ੍ਰਾਣੀ। ਸਾਗਰ ਕੋੜੇ ਭੋਲੇ ਪਾਲੇ ਸੰਖ ਕੇਕੜੇ, ਤਾਰਾ ਮੱਛੀਆਂ ਗਹਿਰੇ ਨੇਰੇ। ਸਾਗਰ ਅੰਦਰ ਆਪਣਾ ਆਪ ਜਗਾ ਕੇ, ਸਾਗਰ ਅੰਦਰ ਆਪਣਾ ਆਪ ਜਗਾ ਕੇ। ਕਰਨ ਰੋਸ਼ਨੀ, ਕਰਨ ਰੋਸ਼ਨੀ, ਜਗਮਗ ਜਗਮਗ ਤੈਰਨ ਵੇਖੋ ਮੱਛੀਆਂ। ਕਰਨ ਰੋਸ਼ਨੀ, ਜਗਮਗ ਜਗਮਗ ਤੈਰਨ ਵੇਖੋ ਮੱਛੀਆਂ। ਟੋਸਿੰਗੀਆਂ ਦੇ ਲਾ ਐਂਟੀਨੇ, ਗੰਧ ਸੁਗੰਧ ਤਰੰਗਾਂ ਤੇ ਹਰ ਆਹਟ ਫੜਦੇ, ਤੇ ਹਰ ਆਹਟ ਫੜਦੇ। ਇਹਨਾਂ ਜੀਵਾਂ ਦੀਆਂ ਇਹੋ ਅੱਖੀਆਂ,
ਤੁਰਦੇ ਫਿਰਦੇ ਜੰਗਲ ਬਾਗ ਬਗੀਚੇ, ਤੁਰਦੇ ਫਿਰਦੇ ਜੰਗਲ ਬਾਗ ਬਗੀਚੇ, ਰੰਗ ਰੰਗੀਲੇ ਪਰ ਜ਼ਹਿਰੀਲੇ, ਰੰਗ ਰੰਗੀਲੇ ਪਰ ਜ਼ਹਿਰੀਲੇ, ਵਿੱਚ ਵਿੱਚ ਰੰਗ ਬਰੰਗੀਆਂ ਖੇਡਣ ਮੱਛੀਆਂ।